ਅੱਜ ਅਸੀਂ ਪੜ੍ਹਾਂਗੇ ਕੰਜ਼ਿਊਮਰ ਇਕੁਇਲਿਬਰੀਅਮ ਦੀ ਜਿਹੜੀ ਸੈਕਿੰਡ ਸਿਚੁਏਸ਼ਨ ਆ, ਅ ਸਿੰਗਲ ਕਮੋਡਿਟੀ ਵਿਦ ਸੈਵਰਲ ਜੂਸਿਸ। ਇਹਦੇ ਵਿੱਚ ਕੀ ਹੁੰਦਾ, ਇਨ ਕੇਸ ਆਫ ਸਿੰਗਲ ਕਮੋਡਿਟੀ ਵਿਦ ਸੈਵਰਲ ਜੂਸਿਸ ਅ ਕੰਜ਼ਿਊਮਰ ਵਿਲ ਬੀ ਇਨ ਇਕੁਇਲਿਬਰੀਅਮ ਵੈਨ he distributed different units of commodity in different uses in such a way that he gets equal marginal utility from each use. Means ਕਿ ਸਿੰਗਲ ਕਮੋਡਿਟੀ ਵਿਦ ਸੈਵਰਲ ਜੂਸਿਸ, ਇਸ ਸਿਚੁਏਸ਼ਨ ਦੇ ਵਿੱਚ ਕੰਜ਼ਿਊਮਰ ਉਦੋਂ ਇਕੁਇਲਿਬਰੀਅਮ ਦੀ ਸਿਚੁਏਸ਼ਨ ਵਿੱਚ ਹੋਊਗਾ ਜਦੋਂ ਉਹ ਹੈ ਨਾ ਡਿਫਰੈਂਟ ਯੂਨਿਟਸ ਆਫ ਕਮੋਡਿਟੀ ਨੂੰ ਇਸ ਤਰ੍ਹਾਂ ਡਿਸਟਰੀਬਿਊਟ ਕਰੇਗਾ ਕਿ ਉਹਨੂੰ ਹੈ ਨਾ ਦੋਨਾਂ ਤੋਂ ਸੇਮ ਸੈਟਿਸਫੈਕਸ਼ਨ ਮਿਲੇ। ਫੋਰ ਐਗਜ਼ਾਮਪਲ ਜਿੱਦਾਂ ਮਿਲਕ ਹੋ ਗਿਆ, ਮਿਲਕ ਤੋਂ ਅਸੀਂ ਦੁੱਧ ਵੀ ਬਣਾ ਸਕਦੇ ਹਾਂ, ਦਹੀਂ ਵੀ ਬਣਾ ਸਕਦੇ ਹਾਂ, ਪਨੀਰ ਬਣਾ ਸਕਦੇ ਹਾਂ, ਆਈਸਕ੍ਰੀਮ ਬਣਾ ਸਕਦੇ ਹਾਂ। ਮਤਲਬ ਇੱਕ ਚੀਜ਼ ਦੇ ਜਦੋਂ ਹੈ ਨਾ ਸੈਵਰਲ ਜੂਸਿਸ ਹੋਣ, ਕਿੰਨੇ ਜੂਸਿਸ, ਮਤਲਬ ਸਾਨੂੰ ਉਨੀ ਹੀ ਸੈਟਿਸਫੈਕਸ਼ਨ, ਜਿਹੜਾ ਕੰਜ਼ਿਊਮਰ ਆ ਉਹਨੂੰ ਉਸ ਚੀਜ਼ ਤੋਂ ਉਨੀ ਹੀ ਸੈਟਿਸਫੈਕਸ਼ਨ ਮਿਲਣੀ ਚਾਹੀਦੀ ਆ ਜਿੰਨੀ ਉਹਨੂੰ ਦੂਜੀ ਵਸਤੂ ਤੋਂ ਮਿਲਣੀ ਆ। ਮਤਲਬ ਉਹ ਆਪਣੀ ਇਨਕਮ ਨੂੰ ਦੋ ਵਸਤੂ, ਮਤਲਬ ਹੈ ਤਾਂ ਉਹ ਉਹਦੇ ਕੋਲ ਜਿਹੜੀ ਕਮੋਡਿਟੀ ਆ ਉਹਨੂੰ ਦੋ ਚੀਜ਼ਾਂ 'ਚ ਵਰਤਣਾ ਚਾਹੁੰਦਾ ਵਾ। ਇਸ ਕਰਕੇ ਜਿਹੜੀ ਮਾਰਜਨਲ ਯੂਟਿਲਿਟੀ ਆਫ ਏ ਯੂਜ਼ ਇਕੁਅਲ ਟੂ ਮਾਰਜਨਲ ਯੂਟਿਲਿਟੀ ਆਫ ਬੀ ਯੂਜ਼ ਹੋਣਾ ਚਾਹੀਦਾ। ਮਤਲਬ ਜਿਹੜੀ ਅਸੀਂ ਕਮੋਡਿਟੀ ਦੀ ਏ ਯੂਨਿਟ ਯੂਜ਼ ਕਰ ਰਹੇ ਹਾਂ ਅਤੇ ਬੀ ਯੂਨਿਟ, ਉਹ ਦੋਨੋਂ ਕੀ ਆ, ਬਰਾਬਰ ਹੋਣੀਆਂ ਚਾਹੀਦੀਆਂ ਵਾ। ਇਹਨੂੰ ਅਸੀਂ ਟੇਬਲ ਦੇ ਨਾਲ ਸਮਝਦੇ ਹਾਂ। ਪਹਿਲਾਂ ਸਾਨੂੰ ਇੱਥੇ ਸਾਡੇ ਕੋਲ 5 ਲੀਟਰ ਕੈਰੋਸਿਨ ਦਾ ਓਇਲ ਆ। ਫੋਰ ਐਗਜ਼ਾਮਪਲ ਜਿਹੜਾ ਕੈਰੋਸਿਨ ਓਇਲ ਹੁੰਦਾ ਉਹ ਸਟੋਵ ਦੇ ਵਿੱਚ ਵੀ ਯੂਜ਼ ਹੁੰਦਾ ਵਾ ਅਤੇ ਲੈਂਟਿਨ ਦੇ ਵਿੱਚ ਵੀ ਯੂਜ਼ ਹੁੰਦਾ ਵਾ। ਹੁਣ ਅਸੀਂ 5 ਲੀਟਰ ਜਿਹੜਾ ਸਾਡੇ ਕੋਲ ਓਇਲ ਆ, ਅਸੀਂ ਉਹਨੂੰ ਇਸ ਤਰ੍ਹਾਂ ਕੰਜ਼ਿਊਮ ਕਰਨਾ ਵਾ ਕਿ ਸਾਨੂੰ ਮੈਕਸੀਮਮ ਯੂਟਿਲਿਟੀ ਮਿਲੇ। ਠੀਕ ਹੈ, ਅਤੇ ਹੁਣ ਪਹਿਲਾਂ ਇੱਥੇ ਸਾਨੂੰ ਟੇਬਲ ਦੇ ਵਿੱਚ ਦਿੱਤਾ ਵਾ ਕੁਆਂਟਿਟੀ ਆਫ ਓਇਲ, ਮਾਰਜਨਲ ਯੂਟਿਲਿਟੀ ਆਫ ਓਇਲ ਇਨ ਸਟੋਵ, ਮਾਰਜਨਲ ਯੂਟਿਲਿਟੀ ਆਫ ਓਇਲ ਇਨ ਲੈਂਟਨ। ਸਾਡੇ ਕੋਲ 5 ਲੀਟਰ ਓਇਲ ਆ। ਫਸਟ ਜਿਹੜੀ ਯੂਨਿਟ ਆ ਆਪਣੇ ਕੋਲ ਓਇਲ ਦੀ, ਉਹ ਅਸੀਂ ਵਰਤੂਗੇ ਨਾ ਸਟੋਵ ਦੇ ਉੱਪਰ, ਕਿਉਂਕਿ ਨਾ ਸਟੋਵ ਦੀ ਜਿਹੜੀ ਫਸਟ ਯੂਨਿਟ ਜਦੋਂ ਅਸੀਂ ਇਹਦੇ 'ਤੇ ਕੰਜ਼ਿਊਮ ਕਰਦੇ ਹਾਂ ਤਾਂ ਸਾਨੂੰ 10 ਯੂਟਿਲਸ ਦੀ ਜਿਹੜੀ ਯੂਟਿਲਿਟੀ ਮਿਲਦੀ ਆ। ਜੇ ਅਸੀਂ ਫਸਟ ਯੂਨਿਟ ਲੈਂਟਿਨ 'ਤੇ ਯੂਜ਼ ਕਰੂੰਗੇ ਸਾਨੂੰ 8 ਯੂਟਿਲਸ ਦੀ ਯੂਟਿਲਿਟੀ ਮਿਲਦੀ ਆ। ਸਾਨੂੰ ਕੀ ਚਾਹੀਦੀ, ਮੈਕਸੀਮਮ ਸੈਟਿਸਫੈਕਸ਼ਨ ਚਾਹੀਦੀ ਹੈ, ਮਤਲਬ ਮੈਕਸੀਮਮ ਯੂਟਿਲਿਟੀ ਚਾਹੀਦੀ ਆ। ਇਸ ਕਰਕੇ ਅਸੀਂ ਆਪਣੀ ਫਸਟ ਜਿਹੜੀ ਯੂਨਿਟ ਆ ਉਹ ਇਹਦੇ 'ਤੇ ਹੀ ਯੂਜ਼ ਕਰੂੰਗੇ, ਸਟੋਵ 'ਤੇ। ਸੈਕਿੰਡ ਸਾਨੂੰ ਫਿਰ ਸੇਮ ਸੈਟਿਸਫੈਕਸ਼ਨ ਮਿਲ ਰਹੀ ਆ ਲੈਂਟਿਨ ਤੋਂ ਵੀ ਅਤੇ ਹੈ ਨਾ ਸਟੋਵ ਤੋਂ ਵੀ। ਇਸ ਕਰਕੇ ਅਸੀਂ ਜਿਹੜੀ ਆਪਣੀ ਸੈਕਿੰਡ ਆ ਉਹ ਅਸੀਂ ਇਹਦੇ 'ਤੇ ਯੂਜ਼ ਕਰ ਸਕਦੇ ਹਾਂ ਜਾਂ ਇਹਦੇ 'ਤੇ ਕਿਸੇ 'ਤੇ ਵੀ ਯੂਜ਼ ਕਰ ਸਕਦੇ ਹਾਂ। ਅਤੇ ਥਰਡ ਇੱਥੇ 6 ਯੂਨਿਟਸ ਆ ਗਈਆਂ, ਇੱਥੇ 8 ਆ। ਮੈਂ ਹੁਣ ਕੀ ਆ, ਹੁਣ ਤੁਹਾਨੂੰ ਜਿਹੜੀ ਓਇਲ ਦੀ ਫਸਟ ਯੂਟਿਲ ਤੋਂ ਜ਼ਿਆਦਾ ਯੂਟਿਲਿਟੀ ਮਿਲ ਰਹੀ ਆ। ਇਸ ਕਰਕੇ ਅਸੀਂ ਇੱਥੇ ਜਿਹੜੀ 8 ਯੂਨਿਟ ਆ ਹੈ ਨਾ 8 ਜਿਹੜੀ ਸਾਨੂੰ ਯੂਟਿਲਿਟੀ ਮਿਲਦੀ ਆ ਉਹਨੂੰ ਅਸੀਂ ਕੰਜ਼ਿਊਮ ਕਰੂੰਗੇ। ਫਿਰ ਸਾਡੇ ਕੋਲ 6 ਆ ਜਾਂਦੇ ਆ। ਪਹਿਲੀ ਅਸੀਂ ਇੱਥੇ ਲਈ, ਦੂਜੀ ਇੱਥੇ, ਤੀਜੀ ਇੱਥੇ, ਚੌਥੀ ਇੱਥੇ ਅਤੇ ਪੰਜਵਾਂ ਇੱਥੇ। ਬਿਕੋਜ਼ 6 ਤੋਂ ਬਾਅਦ ਸਾਨੂੰ ਇੱਥੇ 4 ਮਿਲ ਰਹੀ ਹੈ, ਇੱਧਰ ਸਾਨੂੰ 6 ਮਿਲ ਰਹੀ ਆ, ਇੱਧਰ ਦੋਨੋਂ ਬਰਾਬਰ ਆ। ਇਸ ਕਰਕੇ ਅਸੀਂ ਆਹ ਦੋਨੋਂ ਕਰੂੰਗੇ। ਇਸ ਤਰ੍ਹਾਂ ਜਿਹੜੇ ਆ ਅਸੀਂ 3 ਯੂਟਿਲਸ ਆ, ਜਿਹੜਾ ਮਤਲਬ 3 ਲੀਟਰ ਜਿਹੜਾ ਓਇਲ ਆ ਉਹ ਸਟੋਵ 'ਤੇ ਖਰਚ ਕਰੂੰਗੇ ਅਤੇ ਜਿਹੜਾ 2 ਲੀਟਰ ਓਇਲ ਆ ਉਹ ਲੈਂਟਿਨ 'ਤੇ ਯੂਜ਼ ਕਰੂੰਗੇ। ਹੁਣ ਅਸੀਂ ਇਹਦੀ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ ਕਿ ਇਹਨਾਂ ਨੇ ਟੇਬਲ ਦੇ ਵਿੱਚ ਸਮਝਾਇਆ ਕਿਆ ਵਾ। ਸੇਮ ਉਹੀ ਹੈ। ਸਪੋਜ਼ਿੰਗ ਅ ਕੰਜ਼ਿਊਮਰ ਹੈਜ਼ 5 ਲੀਟਰ ਆਫ ਕੈਰੋਸਿਨ ਓਇਲ। ਸਪੋਜ਼ ਕਰੋ ਕਿ ਕਿਸੇ ਕੰਜ਼ਿਊਮਰ ਦੇ ਕੋਲ 5 ਲੀਟਰ ਜਿਹੜਾ ਕੈਰੋਸਿਨ ਦਾ ਓਇਲ ਆ। ਇਟ ਕੈਨ ਬੀ ਪੁੱਟ ਟੂ ਡਿਫਰੈਂਟ ਯੂਸਿਸ। ਉਹ ਇਹਨੂੰ ਮਤਲਬ 2 ਡਿਫਰੈਂਟ ਯੂਸਿਸ, ਮਤਲਬ 2 ਵੱਖ ਚੀਜ਼ਾਂ ਦੇ ਵਿੱਚ ਪਾਉਣਾ ਚਾਹੁੰਦਾ ਜਾਂ ਵਰਤਣਾ ਚਾਹੁੰਦਾ, ਕੁਛ ਵੀ ਕਹਿ ਸਕਦੇ ਹਾਂ। ਡੈਟ ਇਜ਼ ਇਨ ਬਰਨਿੰਗ ਸਟੋਵ। ਇੱਕ ਤਾਂ ਸਟੋਵ ਨੂੰ ਜਲਾਉਣ ਦੇ ਲਈ ਇਹਦਾ ਯੂਜ਼ ਕਰਨਾ ਚਾਹੀਦਾ, ਦੂਜਾ ਲੈਂਟਿਨ ਲੈਂਟਿਨ ਮਤਲਬ ਲੈਂਟਿਨ ਨੂੰ ਜਲਾਉਣ ਲਈ। ਇਫ ਫਸਟ ਲੀਟਰ ਆਫ ਕੈਰੋਸਿਨ ਓਇਲ ਯੂਜ਼ਡ ਇਨ ਸਟੋਵ ਹੀ ਵਿਲ ਗਿਵ 10 ਯੂਟਿਲਸ ਆਫ ਮਾਰਜਨਲ ਯੂਟਿਲਿਟੀ। ਜੇ ਉਹ ਕਹਿੰਦੇ ਫਸਟ ਲੀਟਰ ਜਿਹੜਾ ਕੈਰੋਸਿਨ ਓਇਲ ਆ ਉਹ ਯੂਜ਼ ਕਰਦਾ ਵਾ ਸਟੋਵ ਦੇ ਵਿੱਚ, ਤਾਂ ਉਹਨੂੰ 10 ਯੂਟਿਲਸ ਦੀ ਜਿਹੜੀ ਮਾਰਜਨਲ ਯੂਟਿਲਿਟੀ ਮਿਲਦੀ ਹੈ। ਐਂਡ ਇਫ
फर्स्ट लीटर यूजड इन लैंटन, जे फर्स्ट लीटर यूज़ करता वा लैंटन दे विच, ही विल गिव 8 यूटिल्स ऑफ मार्जिनल यूटिलिटी, तो उन्होंने 8 यूटिल्स की यूटिलिटी मिलती है। मतलब ये सिंपली है कि इस करके वो जी अपनी पहली यूनिट आ वो किहदे ते यूज़ करूँगा, ओबीयसली स्टोव ते, क्योंकि उन्होंने फर्स्ट लीटर कंज्यूम करना है, तो 10 यूटिल्स की यूटिलिटी मिलती पई है। सो द कंज्यूमर विल यूज़ द फर्स्ट लीटर इन बर्निंग द स्टोव, सेकेंड लीटर इन लाइटनिंग द lantern, and third each. Similarly, fourth and fifth liter of kerosene oil will be used in stove and lantern respectively. फोर्थ ਇੱਥੇ यूज़ करेगा एंड फिफ्थ ਇੱਥੇ यूज़ करेगा, सेम ही है। then and in both these uses the marginal utility of 6, मतलब दोनों ते 6 यूटिलिटी जी यूटिलिटी मिलती पई है लास्ट ते। दस ही विल पुट 3 लीटरस इन स्टोव, जिदा कि आप पहले समझे, एंड 2 लीटरस इन लैंटन, as by so doing he will be in equilibrium, the marginal utilities in both the uses be in equilibrium. The distribution of kerosene oil in different uses will yield a total utility 10 plus 8 plus 6 plus 8 plus 6 is equal to 38 util, which will be represent a maximum satisfaction सानू दिखा रहा वा to the consumer. The consumer has used kerosene oil in different uses in such a way that marginal utility 6 utils from each use is equal. If the consumer puts 4 liter of kerosene oil, मतलब हुण इन्हें तुहानूं दूजी सिचुएशन दित्ती आ कि जे कंज्यूमर आ 4 लीटर कैरोसिन ऑयल आ ਉਹ स्टोव ਦੇ ਵਿੱਚ यूज़ करदा वा एंड 1 लीटर इन लैंटन ਦੇ ਵਿੱਚ, then total utility in both uses will come down 10 plus 8 plus 6 plus 4 plus 8 equal to 36 यूटिल। ਇਹਦੇ ਵਿੱਚ ਕੀ ਹੋਇਆ ਕਿ ਸਾਡੇ ਕੋਲ ਜਿਹੜੇ 2 यूटिल्स की यूटिलिटी आ वो घट गई, ठीक है। इन द लेटर डिस्ट्रीब्यूशन द कंज्यूमर हैज़ फेल्ड टू गेट मैक्सिमम टोटल यूटिलिटी और सेटिस्फैक्शन because the marginal utility of a fourth liter of kerosene oil in a stove, 4 utils and first liter in 8 utils are not equal, क्योंकि ਆਪਾਂ ਉਹਨਾਂ ਨੂੰ ਦੱਸਿਆ ਵਾ ਕਿ ਉਹਨਾਂ ਨੇ ਫਸਟ 'ਚ ਹੀ ਦੱਸਤਾ ਕਿ ਜਿਹੜੇ ਸਾਨੂੰ ਦੋਨਾਂ ਯੂਨਿਟਸ ਦੇ ਵਿੱਚੋਂ ਜਿਹੜੀ ਸਾਨੂੰ ਸੈਟਿਸਫੈਕਸ਼ਨ ਮਿਲ ਰਹੀ ਆ ਉਹ ਕੀ ਆ, ਬਰਾਬਰ ਹੋਣੀ ਚਾਹੀਦੀ ਆ। ਇਸ ਕਰਕੇ ਅਸੀਂ ਇਹਦੇ ਵਿੱਚ ਇੱਦਾਂ ਨਹੀਂ ਕਰ ਸਕਦੇ ਕਿ ਜੇ ਅਸੀਂ 4 ਲੀਟਰ ਕੈਰੋਸਿਨ ਆਇਲ मतलब 4 यूनिट्स ਇਹਦੇ यूज़ ਕਰਦੇ ਹਾਂ ਅਤੇ ਇਹਦੀ 1 यूनिट ਕਰਦੇ ਹਾਂ ਤਾਂ ਇੱਧਰ 4 ਆ ਅਤੇ ਆ 8 ਆ, ਇਹ ਦੋਨੋਂ ਫਿਰ ਵੀ ਮੈਚ ਨਹੀਂ ਕਰਦੇ ਆ। ਹੁਣ ਇਹਦੀ ਡਾਇਗਰਾਮ ਦੇਖ ਲਓ, ਇਹ ਮਤਲਬ ਇੱਕੋ ਹੀ ਟੇਬਲ ਦੇ ਵਿੱਚ ਬਣਾਉਣੀ ਆ। ਵਾਈ ਐਕਸਿਸ ਲਈ ਆਪਾਂ ਇੱਕ ਸਾਈਡ ਕੁਆਂਟਿਟੀ ਆਫ ਆਇਲ ਇਨ ਲੈਂਟਨ ਦੀ ਲੈ ਲਈ ਅਤੇ ਦੂਜੀ ਸਾਈਡ ਕੁਆਂਟਿਟੀ ਆਫ ਆਇਲ ਇਨ ਸਟੋਵ। ਆਪਾਂ 3 ਲੀਟਰ ਆਇਲ ਲਿਆ ਵਾ ਸਟੋਵ ਦੇ ਲਈ ਐਂਡ 2 ਲੀਟਰ ਆਇਲ ਲਿਆ ਵਾ ਲੈਂਟਨ ਦੇ ਲਈ। ਦੋਨਾਂ ਦੀ ਜਿਹੜੀ ਯੂਟਿਲਿਟੀ ਆ ਲਾਸਟ 'ਤੇ ਉਹ 6 ਆ। ਇੱਧਰ ਮਾਰਜਨ ਯੂਟਿਲਿਟੀ ਆਫ ਆਇਲ ਲੈ ਲਿਆ ਅਤੇ ਇੱਧਰ ਮਾਰਜਨਲ ਯੂਟਿਲਿਟੀ ਆਫ ਸਟੋਵ। ਬਸ ਇੰਨਾ ਹੀ, ਥੈਂਕ ਯੂ।